ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA 3rd ਸਮੈਸਟਰ ਦੇ ਲਈ ਸੋਸ਼ੀਓਲੋਜੀ ਸਬਜੈਕਟ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ। ਨੇਮ ਆਫ ਦਾ ਪੇਪਰ ਇਜ਼ ਸੋਸ਼ਲ ਸਟਰਕਚਰ ਐਂਡ ਸੋਸ਼ਲ ਚੇਂਜ। ਸਟੂਡੈਂਟਸ, ਇਹ ਤੁਹਾਡਾ ਪੇਪਰ ਥਿਊਰੀ ਪੇਪਰ 90 ਮਾਰਕਸ ਦਾ ਹੋਏਗਾ। 10 ਮਾਰਕਸ ਦੀ ਇੰਟਰਨਲ ਅਸੈਸਮੈਂਟ ਕਾਲਜ ਤੋਂ ਦੀ ਤਰਫ ਤੋਂ ਲਗਾਈ ਜਾਏਗੀ। ਪ੍ਰਾਈਵੇਟ ਸਟੂਡੈਂਟਸ ਦੀ ਇੰਟਰਨਲ ਅਸੈਸਮੈਂਟ ਇਸ ਸਬਜੈਕਟ ਦੇ ਵਿੱਚੋਂ ਜਿੰਨੇ ਤੁਹਾਡੇ ਮਾਰਕਸ ਆਉਣਗੇ ਪੇਪਰ ਦੇ ਵਿੱਚੋਂ ਉਸ ਦੀ ਪਰਸੈਂਟੇਜ ਨਿਕਾਲ ਕੇ ਲਗਾਈ ਜਾਵੇਗੀ। ਸਭ ਤੋਂ ਪਹਿਲਾਂ ਇਸ ਦੇ ਵਿੱਚ ਸ਼ਾਰਟ ਕੁਐਸਚਨਸ ਹਨ, ਜਿਵੇਂ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈ। ਸਭ ਤੋਂ ਪਹਿਲਾਂ ਪੇਪਰ 'ਚ ਸ਼ਾਰਟ ਕੁਐਸਚਨ ਆਉਣਗੇ। 12 ਸ਼ਾਰਟ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ, ਜਿਸ ਦੇ ਵਿੱਚੋਂ 9 ਦਾ ਤੁਸੀਂ ਆਨਸਰ ਦੇਣਾ ਹੋਏਗਾ। 2 ਨੰਬਰ ਦਾ ਇਹ ਕੁਐਸਚਨ ਹੋਏਗਾ। ਇਸ ਤਰ੍ਹਾਂ ਸ਼ਾਰਟ ਕੁਐਸਚਨ 18 ਮਾਰਕਸ ਦੇ ਹੋਣਗੇ। ਇਹ ਪੂਰੇ ਸਿਲੇਬਸ ਦੇ ਵਿੱਚੋਂ ਹੀ ਪੁੱਛੇ ਜਾਣਗੇ। ਸਟੂਡੈਂਟਸ, ਇਹ ਜਿਹੜੇ ਕੁਐਸਚਨ ਬਣਾਏ ਜਾ ਰਹੇ ਆ ਇਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਜਿਵੇਂ ਤੁਹਾਡਾ ਪੇਪਰ ਆਉਣਾ ਹੈ ਉਸ ਤਰ੍ਹਾਂ ਹੀ ਬਣਾਏ ਜਾ ਰਹੇ ਹੈ। ਕਿਸੇ ਇੱਕ ਬੁੱਕ ਦੇ ਵਿੱਚੋਂ ਨਹੀਂ ਹੈ। ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਹੈ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਅਸੀਂ ਇੰਨੇ ਚੈਪਟਰ ਕਰ ਲਈਏ ਜਾਂ ਚੈਪਟਰ ਵਾਈਜ਼ ਮੋਸਟ ਇੰਪੋਰਟੈਂਟ ਕੁਐਸਚਨਸ ਦੱਸੇ ਜਾਣ, ਪਰੰਤੂ ਇਸ ਤਰ੍ਹਾਂ ਨਹੀਂ ਹੁੰਦਾ। ਯੂਨੀਵਰਸਿਟੀ ਦੇ ਰੂਲ ਦੇ ਮੁਤਾਬਕ ਕੋਈ ਵੀ ਰਾਈਟਰ ਦੀ ਤੁਸੀਂ ਬੁੱਕਸ ਦੇ ਵਿੱਚੋਂ ਤਿਆਰੀ ਕਰ ਸਕਦੇ ਹੋ। ਇਸ ਦੇ ਲਈ ਹਰ ਇੱਕ ਕਾਲਜ ਦੇ ਵਿੱਚ ਡਿਫਰੈਂਟ ਰਾਈਟਰਸ ਦੀਆਂ ਬੁੱਕਸ ਲੱਗੀਆਂ ਹੁੰਦੀਆਂ, ਸੋ ਇਸ ਕਰਕੇ ਇਹ ਕਿਤੋਂ ਵੀ ਕਨਫਰਮ ਨਹੀਂ ਹੋ ਸਕਦਾ ਕਿ ਇੱਕ ਬੁੱਕ ਦੇ ਵਿੱਚੋਂ ਤੁਹਾਨੂੰ ਮੋਸਟ ਇੰਪੋਰਟੈਂਟ ਕੁਐਸਚਨਸ ਤਿਆਰ ਕੀਤੇ ਜਾਣ। ਉਹ ਸਹੀ ਨਹੀਂ ਹੋਏਗਾ, ਤੁਹਾਡਾ ਲਾਸ ਹੋਏਗਾ। ਇਸ ਦੇ ਲਈ ਪੂਰੇ ਸਿਲੇਬਸ ਦੇ ਵਿੱਚੋਂ ਹੀ ਇਹ ਮੋਸਟ ਇੰਪੋਰਟੈਂਟ ਕੁਐਸਚਨਸ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਇਸ ਦੇ ਵਿੱਚੋਂ ਹੀ ਪੇਪਰ ਆਵੇ ਅਤੇ ਤੁਹਾਨੂੰ ਇਸ ਦਾ ਬੈਨੀਫਿਟ ਮਿਲ ਸਕੇ। ਸੋ ਜਿੰਨੇ ਕੁਐਸਚਨਸ ਇਸ ਦੇ ਵਿੱਚ ਬਣਾਏ ਜਾ ਰਹੇ ਹਨ ਉਹ ਸਾਰੇ ਕੁਐਸਚਨਸ ਦੀ ਤਿਆਰੀ ਬਹੁਤ ਅੱਛੀ ਤਰ੍ਹਾਂ ਕਰ ਲੈਣਾ। ਸਾਰਾ ਪੇਪਰ ਇਸ ਦੇ ਵਿੱਚੋਂ ਹੀ ਆਉਣਾ ਹੁੰਦਾ। ਕੁਐਸਚਨਸ ਮੋਲਡ ਕਰਕੇ ਪਾਏ ਜਾਂਦੇ ਆ, ਸੋ ਤੁਹਾਨੂੰ ਸਮਝਣ ਦੀ ਜ਼ਰੂਰਤ ਹੋਏਗੀ। ਜੇ ਤੁਸੀਂ ਤਿਆਰੀ ਕਰਕੇ ਜਾਓਗੇ ਤਾਂ ਤੁਹਾਨੂੰ ਉਸ ਦਾ ਵੀ ਪਤਾ ਲੱਗ ਜਾਏਗਾ। ਔਰ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਇੱਥੋਂ ਹੀ ਮਿਲ ਜਾਣਗੇ। ਔਰ ਇਸ ਤੋਂ ਇਲਾਵਾ ਸਿਲੇਬਸ ਵੀ ਹੈ। ਔਰ ਸੋਸ਼ੀਓਲੋਜੀ ਦੇ ਕੁਝ ਲੈਕਚਰਸ 3rd ਸਮੈਸਟਰ ਦੇ ਪਾਏ ਗਏ ਹੈ। BA 1st ਸਮੈਸਟਰ ਪੰਜਾਬੀ ਕੰਪਲਸਰੀ, ਸੋਸ਼ੀਓਲੋਜੀ, ਇਹਨਾਂ ਸਬਜੈਕਟਸ ਦੇ ਪੂਰੇ ਵੀਡੀਓ ਵੀ ਤੁਹਾਨੂੰ ਇੱਥੇ ਮਿਲ ਜਾਣਗੇ। ਹਾਂਜੀ, ਸਭ ਤੋਂ ਪਹਿਲਾਂ ਹੈ ਸ਼ਾਰਟ ਕੁਐਸਚਨਸ। ਸਮਾਜਿਕ ਬਣਤਰ, ਸੋਸ਼ਲ ਸਟਰਕਚਰ ਦੀ ਧਾਰਨਾ। ਸਟਰਕਚਰ ਨੂੰ ਪੰਜਾਬੀ ਦੇ ਵਿੱਚ ਬਣਤਰ ਵੀ ਕਿਹਾ ਜਾਂਦਾ ਹੈ, ਢਾਂਚਾ ਵੀ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਉੱਥੇ ਕੋਈ ਵੀ ਸ਼ਬਦ ਇਸ ਦਾ ਯੂਜ਼ ਹੋ ਸਕਦਾ ਹੈ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਪੰਜਾਬੀ ਦੇ ਵਿੱਚ ਹੋਵੇ ਤਾਂ ਇੰਗਲਿਸ਼ ਮੀਡੀਅਮ ਦਾ ਵੀਡੀਓ ਦੇਖ ਸਕਦੇ ਹੋ। ਇਸ ਤੋਂ ਇਲਾਵਾ ਪੇਪਰ ਦੇ ਵਿੱਚ ਵੀ ਇੰਗਲਿਸ਼ ਮੀਡੀਅਮ ਦਾ ਪੇਪਰ ਜ਼ਰੂਰ ਦੇਖ ਲੈਣਾ ਜਿੱਥੇ ਵੀ ਤੁਹਾਨੂੰ ਕੋਈ ਕਨਫਿਊਜ਼ਨ ਲੱਗੇ। ਐਂਡ ਨੈਕਸਟ ਹੈ ਸਮਾਜਿਕ ਬਣਤਰ ਜਾਂ ਸਮਾਜਿਕ ਢਾਂਚਾ, ਇਸ ਦੇ ਬਾਰੇ ਦੱਸਣਾ ਹੈ। ਐਂਡ ਦੈਨ ਸਮਾਜਿਕ ਸੰਸਥਾਵਾਂ। ਐਂਡ ਨੈਕਸਟ ਸਮਾਜਿਕ ਬਣਤਰ, ਸਮਾਜਿਕ ਢਾਂਚੇ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਿਸ ਨੇ ਕੀਤੀ। ਐਂਡ ਨੈਕਸਟ ਹੈ ਸਮਾਜਿਕ ਸਿਸਟਮ। ਉਸ ਤੋਂ ਬਾਅਦ ਹੈ ਢਾਂਚਾਗਤ ਕਾਰਜਕਾਰੀ, ਸਟਰਕਚਰ ਫੰਕਸ਼ਨਲਿਸਟ। ਇੱਥੇ ਕੁਝ ਕਨਫਿਊਜ਼ਨ ਜਿਹੜੇ ਦੇ ਵਿੱਚ ਲੱਗਦੀ ਸੀ, ਸਹੀ ਸ਼ਬਦ ਨਹੀਂ ਸੀ ਤਾਂ ਉੱਥੇ ਨਾਲ ਇੰਗਲਿਸ਼ ਦੇ ਦਿੱਤੇ ਗਏ ਹਨ। ਨੈਕਸਟ ਹੈ ਕਾਰਜਸ਼ੀਲਤਾ। ਫਿਰ ਹੈ ਰੋਲ ਸੰਘਰਸ਼, ਰੋਲ ਕੌਨਫਲਿਕਟ, ਕਈ ਨਿਯਮ ਮਲਟੀਪਲ ਰੂਲਸ। ਐਂਡ ਦੈਨ ਡਿਫਿਊਜ਼ਨ। ਐਂਡ ਨੈਕਸਟ ਭੂਮਿਕਾ ਨੁਸਖਾ, ਰੋਲ ਪ੍ਰਸਕ੍ਰਿਪਸ਼ਨ, ਸਥਿਤੀ ਸੈੱਟ, ਸਥਿਤੀ ਉੱਤਰਾਧਿਕਾਰ, ਰੋਲ ਟਕਰਾ, ਪ੍ਰੈਸਟੀਜ, ਤਰੱਕੀ, ਪ੍ਰੋਗਰੈਸ, ਦਰਜ ਸਥਿਤੀ, ਐਸਕ੍ਰਾਈਬਡ ਸਟੇਟਸ ਜਿਸ ਨੂੰ ਕਿਹਾ ਜਾਂਦਾ ਹੈ। ਐਸਕ੍ਰਾਈਬਡ ਸਟੇਟਸ ਜੋ ਕਿ ਸਾਨੂੰ ਜਨਮ ਤੋਂ ਪ੍ਰਾਪਤ ਹੋ ਜਾਂਦਾ ਹੈ। ਐਂਡ ਨੈਕਸਟ ਹੈ ਅਚੀਵਡ ਸਟੇਟਸ ਜਿਸ ਦੇ ਲਈ ਮਿਹਨਤ ਕਰਕੇ ਅਸੀਂ ਪ੍ਰਾਪਤ ਕਰਦੇ ਹਾਂ। ਐਂਡ ਦੈਨ ਹੈ ਭੂਮਿਕਾ ਤਣਾਅ। ਫਿਰ ਹੈ ਸੱਤਾ, ਕ੍ਰਿਸ਼ਮਈ ਸੱਤਾ, ਸ਼ਕਤੀ ਦੇ 2 ਗੁਣ। ਐਂਡ ਨੈਕਸਟ ਹੈ ਪਾਬੰਦੀਆਂ। ਐਂਡ ਦੈਨ ਮੁੱਲ, ਸਮਾਜਿਕ ਮੁੱਲ। ਐਂਡ ਨੈਕਸਟ ਹੈ ਸਮਾਜਿਕ ਤਬਦੀਲੀ, ਸਮਾਜਿਕ ਤਬਦੀਲੀ ਦੀਆਂ 2 ਵਿਸ਼ੇਸ਼ਤਾਵਾਂ, ਨਿਯਮ, ਭੂਮਿਕਾ ਸੈੱਟ, ਲੈਜੀਟੀਮੇਸੀ ਜਾਇਜ਼ਤਾ, ਕਾਨੂੰਨ, ਟਿਕਾਊ ਵਿਕਾਸ, ਮੋਰਸ, MORES ਮੋਰਸ, ਵੈਲਿਊਜ਼ ਜੋ ਉਹ ਆਏਗਾ। ਫੋਕਵੇਜ਼, ਸਮਾਜਿਕ ਕਾਨੂੰਨ, 3 ਪੜਾਵਾਂ ਦਾ ਕਾਨੂੰਨ ਕੌਮਟੇ ਦੇ ਅਕੋਰਡਿੰਗ, ਲਾਅ ਆਫ 3 ਸਟੇਜਿਸ, ਪੋਜ਼ੀਟਿਵ ਸਟੇਜ, ਸਕਾਰਾਤਮਕ ਪੜਾਅ, ਥਿਓਲੋਜੀਕਲ ਪੜਾਅ। ਐਂਡ ਦੈਨ ਵਿਕਾਸ ਜਿਸ ਨੂੰ ਕਿ ਐਵੋਲਿਊਸ਼ਨ ਕਿਹਾ ਗਿਆ, ਇਸ ਦੇ ਬਾਰੇ ਦੱਸਣਾ। ਇੱਥੇ ਵਿਕਾਸ ਡਿਵੈਲਪਮੈਂਟ ਦੇ ਲਈ ਵੀ ਕਈ ਵਾਰੀ ਯੂਜ਼ ਹੋ ਜਾਂਦਾ ਹੈ। ਔਰ
ਐਵੋਲਿਊਸ਼ਨ ਦੇ ਲਈ ਵੀ ਵਿਕਾਸ ਯੂਜ਼ ਹੁੰਦਾ, ਕਈ ਵਾਰੀ ਪ੍ਰੋਗਰੈਸ ਦੇ ਲਈ ਵੀ ਵਿਕਾਸ ਵਰਤ ਲਿਆ ਜਾਂਦਾ, ਲੇਕਿਨ ਸੋਸ਼ੀਓਲੋਜੀ ਦੇ ਵਿੱਚ ਇਸ ਦੇ ਡਿਫਰੈਂਟ ਅਰਥ ਹੈ। ਔਰ ਐਵੋਲਿਊਸ਼ਨ ਇੰਗਲਿਸ਼ ਦੇ ਵਿੱਚ ਐਵੋਲਿਊਸ਼ਨ ਆ ਤਾਂ ਵਿਕਾਸ ਇੱਥੇ ਲਿਖਿਆ। ਇਹ ਤੁਹਾਨੂੰ ਨਾਲ ਇੰਗਲਿਸ਼ ਦਾ ਪੇਪਰ ਜ਼ਰੂਰ ਦੇਖਣਾ ਪਏਗਾ ਕਿ ਕੀ ਪੁੱਛਿਆ ਗਿਆ ਅਤੇ ਉਸ ਦਾ ਆਨਸਰ ਤੁਸੀਂ ਕਿਵੇਂ ਦੇਣਾ। ਇਸ ਕਰਕੇ ਇੰਗਲਿਸ਼ ਦੇ ਵਰਡਸ ਜ਼ਰੂਰ ਯਾਦ ਰੱਖਣੇ ਹੈ ਕੁਐਸਚਨਸ, ਔਰ ਮੇਨ ਹੈਡਿੰਗਸ ਡੈਫੀਨੇਸ਼ਨਸ ਵੀ ਇੰਗਲਿਸ਼ ਦੇ ਵਿੱਚ ਤੁਸੀਂ ਕਰ ਸਕਦੇ ਹੋ। ਮੈਕਸੀਮਮ ਵਰਡਸ ਤੁਸੀਂ ਇੰਗਲਿਸ਼ ਯੂਜ਼ ਕਰ ਸਕਦੇ ਹੋ ਪੰਜਾਬੀ ਔਰ ਹਿੰਦੀ ਮੀਡੀਅਮ ਦੇ ਪੇਪਰ ਦੇ ਵਿੱਚ। ਐਂਡ ਨੈਕਸਟ ਹੈ ਰੇਖਿਕ ਜਾਂ ਵਿਕਾਸਵਾਦੀ ਸਿਧਾਂਤ, ਚੱਕਰੀ ਸਿਧਾਂਤ, ਕੁਲੀਨ ਵਰਗ ਦਾ ਸੰਚਾਰ, ਸਰਕੂਲੇਸ਼ਨ ਆਫ ਐਲੀਟਸ। ਐਂਡ ਨੈਕਸਟ ਹੈ ਬਗਾਵਤ, ਜਮਾਤੀ ਚੇਤਨਾ, ਕਲਾਸ ਕੌਨਸ਼ੀਅਸਨੈਸ, ਵਿਕਾਸ ਡਿਵੈਲਪਮੈਂਟ। ਇੱਥੇ ਡਿਵੈਲਪਮੈਂਟ ਹੈ, ਉੱਥੇ ਐਵੋਲਿਊਸ਼ਨ ਦਾ ਵੀ ਵਿਕਾਸ ਲਿਖਿਆ ਹੋਇਆ ਸੀ। ਐਂਡ ਦੈਨ ਹੈ ਸ਼ਕਤੀ, ਪਾਵਰ, ਤਰੱਕੀ, ਗਰੋਥ, ਵਾਧਾ, ਇਨਕਲਾਬ, ਇਨਕਲਾਬ ਦੇ ਦੋ ਕਾਰਨ, ਇਨਕਲਾਬ ਦਾ ਪ੍ਰਭਾਵ। ਇੱਥੇ ਕ੍ਰਾਂਤੀ ਸ਼ਬਦ ਵੀ ਇੱਥੇ ਯੂਜ਼ ਹੋ ਸਕਦਾ ਹੈ, ਇਨਕਲਾਬ ਦੀ ਜਗ੍ਹਾ ਕ੍ਰਾਂਤੀ, ਜੋ ਕਿ ਕਾਰਲ ਮਾਰਕਸ ਦੇ ਥਿਊਰੀ ਦੇ ਵਿੱਚ ਆਉਂਦਾ ਹੈ। ਉਸ ਦੇ ਦੋ ਕਾਰਨ ਅਤੇ ਉਸ ਦੇ ਪ੍ਰਭਾਵ ਦੱਸਣੇ ਆ ਇੱਥੇ। ਰੈਵੋਲਿਊਸ਼ਨ ਜਿਸ ਨੂੰ ਕਿਹਾ, ਦਵੰਦਵਾਦੀ ਪਦਾਰਥਵਾਦ। ਇੱਥੇ ਨੈਕਸਟ ਹੈ ਜਮਾਤੀ ਸੰਘਰਸ਼ ਦੀ ਧਾਰਨਾ, ਇਹ ਕਲਾਸ ਸਟਰਗਲ ਹੈ, ਜਮਾਤੀ ਟਕਰਾਅ ਦੀ ਧਾਰਨਾ। ਐਂਡ ਦੈਨ ਸਮਾਜਿਕ ਤਬਦੀਲੀ ਦਾ ਆਰਥਿਕ ਕਾਰਕ, ਆਬਾਦੀ ਦਾ ਧਮਾਕਾ, ਪਾਪੂਲੇਸ਼ਨ ਐਕਸਪਲੋਜ਼ਨ, ਪੂੰਜੀਵਾਦੀ ਸਮਾਜ, ਵਿਕਾਸ ਦੇ ਬਦਲਦੇ ਅਰਥ। ਐਂਡ ਦੈਨ ਹੈ ਜਨਸੰਖਿਆ, ਜਨਸੰਖਿਆ ਲਾਭ ਅੰਸ਼, ਜਨਸੰਖਿਆ ਤਬਦੀਲੀ, ਪ੍ਰਵਾਸ, ਮੌਤ ਦਰ, ਸਮਾਜਿਕ ਤਬਦੀਲੀ ਦੇ ਕਾਰਕ ਵਜੋਂ ਮੌਤ ਦਰ, ਜਨਨ ਦਰ, ਲਿੰਗ ਅਨੁਪਾਤ। ਐਂਡ ਸਮਾਜਿਕ ਤਬਦੀਲੀ ਨੂੰ ਪ੍ਰਭਾਵਿਤ ਕਰਨ ਵਾਲੇ ਮੋਰਟੈਲਿਟੀ ਇੱਥੇ ਲਿਖਣਾ, ਇਹ ਅਲੱਗ ਹੈ ਇਸਦਾ। ਲੋਕਤੰਤਰ, ਮਾਰਕੀਟ, ਆਰਥਿਕਤਾ, ਟੈਕਨੋਲੋਜੀ, ਸਿੱਖਿਆ, ਸਿੱਖਿਆ ਅਤੇ ਸਮਾਜਿਕ ਤਬਦੀਲੀ, ਵਿਗਿਆਨਿਕ ਕਾਢ, ਵਿਗਿਆਨ ਅਤੇ ਸਮਾਜਿਕ ਤਬਦੀਲੀ, ਸਿੱਖਿਆ ਦਾ ਅਧਿਕਾਰ, ਆਧੁਨਿਕੀਕਰਨ, ਧਰਮ ਨਿਰਪੱਖਤਾ, ਵਿਸ਼ਵੀਕਰਨ, ਗਲੋਬਲ ਪਿੰਡ, ਧਰਮ ਨਿਰਪੱਖਤਾ ਦੇ ਦੋ ਨਤੀਜੇ, ਸੰਸਕ੍ਰਿਤੀਕਰਨ, ਸੰਸਕ੍ਰਿਤੀਕਰਨ ਕੀ ਹੈ, ਸੰਸਕ੍ਰਿਟਾਈਜੇਸ਼ਨ ਜਿਸ ਨੂੰ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ, ਪੱਛਮੀਕਰਨ, ਪੱਛਮੀਕਰਨ ਦੇ ਦੋ ਨਤੀਜੇ, ਧਰਮ ਨਿਰਪੱਖਤਾ, ਨਵੀਨਤਾਵਾਂ, ਇਨੋਵੇਸ਼ਨਸ, ਲਿੰਗ ਅਨੁਪਾਤ, ਰਿਵਾਰਡ, ਇਨਾਮ, ਬਾਰਟਰ ਸਿਸਟਮ ਜੋ ਇਕਨੋਮਿਕਸ ਦੇ ਵਿੱਚ ਹੈ, ਬਾਰਟਰ ਸਿਸਟਮ, ਔਰਤਾਂ ਦੀ ਸਥਿਤੀ। ਕਿਸੇ ਦੋ ਕਾਨੂੰਨਾਂ ਦਾ ਨਾਮ ਦੱਸੋ ਜਿਨ੍ਹਾਂ ਨੇ ਭਾਰਤੀ ਸਮਾਜ ਨੂੰ ਬਦਲ ਦਿੱਤਾ ਹੈ। ਸਟੂਡੈਂਟਸ ਇਹ ਸੀ ਸ਼ਾਰਟ ਕੁਐਸਚਨਸ। ਇਹ ਸ਼ਾਰਟ ਕੁਐਸਚਨਸ ਪੂਰੇ ਸਿਲੇਬਸ ਦੇ ਵਿੱਚੋਂ ਆਉਣਗੇ ਤੁਹਾਡੇ, ਔਰ 12 ਕੁਐਸਚਨ ਪੁੱਛੇ ਜਾਣਗੇ, 9 ਦਾ ਆਨਸਰ ਦੇਣਾ ਹੈ। ਇਸ ਤੋਂ ਇਲਾਵਾ ਜਦੋਂ ਤੁਸੀਂ ਲੌਂਗ ਕੁਐਸਚਨ ਕਰੋਗੇ ਉਸ ਦੇ ਵਿੱਚੋਂ ਵੀ ਸ਼ਾਰਟ ਕੁਐਸਚਨ ਦੀ ਤਿਆਰੀ ਤੁਹਾਡੀ ਹੋ ਜਾਏਗੀ। ਐਂਡ ਨੈਕਸਟ ਹੈ ਯੂਨਿਟ ਫਸਟ, ਜਿਸ ਦੇ ਵਿੱਚ ਹੈ ਸਮਾਜਿਕ ਬਣਤਰ ਨੂੰ ਪਰਿਭਾਸ਼ਿਤ ਕਰੋ। ਸੋਸ਼ਲ ਸਟਰਕਚਰ ਜਿਹੜਾ ਸਮਾਜਿਕ ਢਾਂਚਾ ਉਸ ਨੂੰ ਡਿਫਾਈਨ ਕਰਨਾ ਹੈ। ਲੌਂਗ ਕੁਐਸਚਨ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇੰਟਰੋਡਕਸ਼ਨ ਦੇਣੀ ਹੈ, ਉਸ ਤੋਂ ਬਾਅਦ ਡੈਫੀਨੇਸ਼ਨਸ ਦਿਓਗੇ ਇਸ ਦੇ ਵਿੱਚ ਸੋਸ਼ਲ ਸਟਰਕਚਰ ਦੀਆਂ 3 ਡੈਫੀਨੇਸ਼ਨਸ, ਫਿਰ ਆਪਣੇ ਸ਼ਬਦਾਂ ਦੇ ਵਿੱਚ 2-3 ਲਾਈਨਸ ਦੇ ਵਿੱਚ ਇਸ ਦੇ ਬਾਰੇ ਦੱਸੋਗੇ। ਉਸ ਤੋਂ ਬਾਅਦ ਹੈ ਇਸ ਦੀਆਂ ਵਿਸ਼ੇਸ਼ਤਾਵਾਂ, ਜਿਸ ਨੂੰ ਕਿ ਫੀਚਰਸ, ਲੱਛਣ, ਵਿਸ਼ੇਸ਼ਤਾਵਾਂ ਸ਼ਬਦ ਜਿਹੜਾ ਕਰੈਕਟਰਿਸਟਿਕਸ ਯੂਜ਼ ਕੀਤੇ ਜਾਂਦੇ ਆ। ਇਹਨਾਂ ਸਾਰਿਆਂ ਦਾ ਸੇਮ ਹੀ ਆਨਸਰ ਹੈ, ਔਰ ਇਸ ਦੀਆਂ ਵਿਸ਼ੇਸ਼ਤਾਵਾਂ ਤੁਸੀਂ ਪੁਆਇੰਟਸ ਬਣਾ ਕੇ, ਹੈਡਿੰਗਸ ਬਣਾ ਕੇ ਦੇਣੀ ਹੈ। ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਤੁਸੀਂ ਆਪਣੇ ਹੈਡਿੰਗਸ ਦੇ ਸਕਦੇ ਹੋ, ਜ਼ਿਆਦਾ ਅੱਛਾ ਰਹੇਗਾ ਚੰਗੇ ਮਾਰਕਸ ਲੈਣ ਦੇ ਲਈ। ਔਰ ਫਿਰ ਕੰਕਲੂਡ ਜ਼ਰੂਰ ਕਰਨਾ। ਇਹ ਤੁਹਾਡਾ ਆਨਸਰ 4 ਸ਼ੀਟਸ ਦੇ ਉੱਪਰ ਤਕਰੀਬਨ ਹੋ ਜਾਏਗਾ। ਇਸ ਤੋਂ ਘੱਟ ਕਰੋਗੇ ਤਾਂ ਪੂਰਾ ਨਹੀਂ ਆਏਗਾ, ਤਾਂ ਪੂਰਾ ਕੁਐਸਚਨ ਦਾ ਆਨਸਰ ਦੇਣ ਦੇ ਲਈ 18 ਮਾਰਕਸ ਦਾ ਕੁਐਸਚਨ ਹੁੰਦਾ, 4-5 ਸ਼ੀਟਸ ਭਰ ਜਾਂਦੀਆਂ। ਐਂਡ ਨੈਕਸਟ ਹੈ ਸਮਾਜਿਕ ਢਾਂਚੇ ਦੀ ਅਰਥ ਅਤੇ ਵਿਸ਼ੇਸ਼ਤਾਵਾਂ। ਇਹ ਸੇਮ ਹੀ ਹੈ, ਲੇਕਿਨ ਇਸ ਦੇ ਵਿੱਚ ਤੁਹਾਨੂੰ ਇਸ ਕਰਕੇ ਇਹ ਕੁਐਸਚਨ ਦੁਬਾਰਾ ਦਿੱਤਾ ਗਿਆ, ਤੁਹਾਨੂੰ ਪਤਾ ਚੱਲ ਸਕੇ ਪੇਪਰ ਦੇ ਵਿੱਚ ਇਸ ਤਰ੍ਹਾਂ ਮੋਲਡ ਕਰਕੇ ਕੁਐਸਚਨ ਪਾਏ ਜਾਣਗੇ। ਆਨਸਰ ਇਹਦਾ ਸੇਮ ਹੈ। ਐਂਡ ਨੈਕਸਟ ਹੈ ਸਮਾਜਿਕ ਢਾਂਚੇ ਦੇ ਵੱਖ-ਵੱਖ ਤੱਤਾਂ ਬਾਰੇ ਸੰਖੇਪ ਵਿੱਚ ਚਰਚਾ ਕਰੋ। ਐਂਡ ਨੈਕਸਟ ਸਮਾਜਿਕ ਢਾਂਚੇ ਦੇ ਇੱਕ ਤੱਤ ਵਜੋਂ ਭੂਮਿਕਾ ਦੀ ਵਿਆਖਿਆ ਕਰੋ। ਇੱਥੇ ਭੂਮਿਕਾ ਜਿਹੜਾ ਹੈ ਇਸ ਤੱਤ ਦੀ ਵਿਆਖਿਆ ਕਰਨੀ ਹੈ। ਓਵਰਆਲ ਪਹਿਲਾਂ ਸਮਾਜਿਕ ਢਾਂਚੇ ਬਾਰੇ ਦੱਸੋਗੇ, ਫਿਰ ਉਸ ਦੇ ਵਿੱਚ ਬਾਕੀ ਤੱਤਾਂ ਦਾ ਦੱਸਦੇ ਹੋਏ ਥੋੜ੍ਹਾ ਫਿਰ ਭੂਮਿਕਾ ਦੀ ਡਿਟੇਲ ਲਿਖੋਗੇ, ਰੋਲ। ਨੈਕਸਟ ਹੈ ਸਮਾਜਿਕ ਢਾਂਚੇ ਦੇ ਤੱਤਾਂ ਵਜੋਂ ਸਥਿਤੀ ਅਤੇ ਭੂਮਿਕਾ, ਇਹ ਦੋ ਵੀ ਪੁੱਛੇ ਜਾ ਸਕਦੇ ਆ, ਰੋਲ ਅਤੇ ਸਟੇਟਸ ਦਾ। ਐਂਡ ਦੈਨ ਸਮਾਜਿਕ ਢਾਂਚੇ ਦੇ ਇੱਕ ਤੱਤ ਦੇ ਰੂਪ ਵਿੱਚ ਨਿਯਮਾਂ ਅਤੇ ਮੁੱਲਾਂ, ਨੋਰਮਸ ਐਂਡ ਵੈਲਿਊਜ਼ ਨੂੰ ਵਿਸਥਾਰ ਵਿੱਚ ਸਮਝਾਓ। ਐਂਡ ਦੈਨ ਸਥਿਤੀ ਅਤੇ ਭੂਮਿਕਾ ਦੀਆਂ ਧਾਰਨਾਵਾਂ ਸਮਾਜਿਕ ਢਾਂਚੇ ਵਿੱਚ ਕਿਵੇਂ ਯੋਗਦਾਨ ਪਾਉਂਦੀਆਂ ਹਨ, ਇਸ ਦੇ ਬਾਰੇ ਲਿਖੋ। ਕਈ ਕੁਐਸਚਨ ਦੇ ਆਨਸਰ ਸੇਮ ਹੈ। ਐਂਡ ਦੈਨ ਸਮਾਜਿਕ ਢਾਂਚੇ ਦੇ ਤੱਤਾਂ ਵਜੋਂ ਸ਼ਕਤੀ ਅਤੇ ਪ੍ਰਤਿਸ਼ਠਾ ਦੀ ਚਰਚਾ ਕਰੋ। ਇੱਥੇ ਤੁਸੀਂ ਪਾਵਰ ਅਤੇ ਪ੍ਰੈਸਟਿਜ ਇਹਨਾਂ ਦੇ ਬਾਰੇ ਲਿਖਣਾ। ਐਂਡ ਦੈਨ ਯੂਨਿਟ ਸੈਕਿੰਡ, ਜਿਸ ਦੇ ਵਿੱਚ ਹੈ ਸਮਾਜਿਕ ਤਬਦੀਲੀ ਨੂੰ ਪ੍ਰਭਾਸ਼ਿਤ ਕਰੋ ਅਤੇ ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਐਂਡ ਨੈਕਸਟ ਹੈ ਸਮਾਜਿਕ ਤਬਦੀਲੀ, ਸੋਸ਼ਲ ਚੇਂਜ ਨੂੰ ਪਰਿਭਾਸ਼ਿਤ ਕਰੋ, ਇਸ ਦੇ ਅਰਥਾਂ ਅਤੇ ਵਿਸ਼ੇਸ਼ਤਾਵਾਂ।
बारे चर्चा करो। आंसर दोनों का सेम है। एंड दैन समाजिक तब्दीली दीयां वख-वख किस्मां नूं संखेप विच लिखो। इत्थे किस्मां शब्द हो सकता है, टाइप्स हो सकता है, काइंड्स हो सकता है और क्लासीफिकेशन शब्द, वर्गीकरण शब्द जिहड़ा वो सब दा ही आंसर सेम होएगा। एंड नैक्सट है विकास की है, विकास के बदलते अर्थां की चर्चा करो। इत्थे विकास एवोल्यूशन तो लिया गया। एंड अगे है लोक तब्दीली का विरोध क्यों करते हैं। एंड दैन विकासवाद की है, विकासवाद बारे कामटे के विचारों की चर्चा करो। ऑगस्ट कॉम्टे ने जो एवोल्यूशन की थ्योरी दी है उसके बारे तुसी देना है, लॉ ऑफ 3 स्टेजिस वगैरह। एंड दैन विकासवाद की है, कॉम्टे के विकास के सिद्धांत की चर्चा करो। ये दोनों के आंसर सेम है। एंड दैन क्रांति नूं समाजिक तब्दीली की एक किस्म के रूप में वर्णन करो। इत्थे क्रांति के बारे तुसी दसोगे कार्ल मार्क्स की जिहड़ी क्रांति के बारे विचार दिते है उसकी थ्योरी मिलती है। सोशल स्ट्रगल उस दे विच भी ये दिता गया। क्लास कन्फ्लिक्ट है जिहड़ा उसके बारे दसिया गया। अगे है क्रांति की है, क्रांति नूं समझण विच मार्क्स के योगदान की चर्चा करो। इसका वीडियो तुहानूं इत्थे मिल जाएगा। क्लास कॉन्फ्लिक्ट के बारे कार्ल मार्क्स की थ्योरी दी गई है। एंड नैक्सट है कार्ल मार्क्स अनुसार समाज विच तब्दीली किवें आउंदी है। एंड दैन समाजिक परिवर्तन दी किस्मां वजों विकासवाद अते क्रांति विचकार अंतर करो, इसका फर्क दसो। उस तो बाद है विकास की धारणा नूं इसके बदलते अर्थां के विशेष संदर्भ नाल समझाओ। उस तो बाद है यूनिट 3 समाजिक तब्दीली लियाउण विच विग्यान अते तकनोलॉजी की भूमिका नूं उजागर करो। हाँ जी स्टूडेंट्स, हर एक यूनिट के विचों 2 क्वेश्चन तुहानूं पूछे जाणगे लॉन्ग, जिस दे विचों किसी एक दा तुसी आंसर देना होएगा। इस तरह 4 यूनिट्स है, हर एक यूनिट के विचों तुसी एक क्वेश्चन लॉन्ग करना होएगा। नैक्सट क्वेश्चन समाजिक परिवर्तन के विद्यक कारकों बारे विस्तार भी चर्चा करो। एंड नैक्सट समाजिक तब्दीली लियाउण विच सिक्ख्या की भूमिका बारे चर्चा करो। एंड दैन समाजिक तब्दीली के विधानक कारकों का वर्णन करो। एंड नैक्सट है आज़ादी तो बाद के ਵੱਖ-ਵੱਖ कानूनों की चर्चा करो जिन्हों ने भारतीय समाज विच समाजिक तब्दीलियां लिआंदियां हन। एंड दैन समाजिक तब्दीली लियाउण विच कानूनों की भूमिका है। अगे है वर्णन करो कि अर्थशास्त्र समाज नूं बदलण विच किवें मदद करता है। एंड दैन समाजिक तब्दीली लियाउण विच आर्थिक कारकों की भूमिका बारे चर्चा करो। ये दोनों के भी आंसर सेम ही है। एंड दैन समझाओ कि समाज की जमहूरी रचना समाजिक तब्दीली के कारक वजों किवें काम करती है। डेमोक्रेसी जी किस तरह काम करती है। एंड दैन समाजिक तब्दीली के जनसंख्यक कारकों की चर्चा करो। उस तो बाद है यूनिट 4 जिस दे विच है विश्वीकरण की है, ग्लोबलाइजेशन बारे तुसी दसना है, इसका मीनिंग दसना है, इसकी डेफिनेशनस दोगे और ये प्रभाव की पै रहे हैं इस दे बारे तुसी गल करोगे। एंड नैक्सट है विश्वीकरण नूं समाजिक तब्दीली की प्रक्रिया वजों वर्णन करो। इत्थे तुसी इसका प्रोसैस दसना भी किस तरह जिहड़ी है वापरती है। एंड नैक्सट है कि तुसी सोचते हो कि समाजिक तब्दीली की प्रक्रिया वजों विश्वीकरण ने समाज दे विच महत्वपूर्ण तब्दीलियां लिआंदियां हन, इस दे बारे लिखना है। एंड दैन आधुनिक भारतीय समाज के विश्वीकरण के प्रभाव का वर्णन करो। ये सारे ग्लोबलाइजेशन नाल रिलेटेड क्वेश्चनस के आंसर तकरीबन सेम है, मोल्ड करके पाए गए हैं। इसनूं थोड़ा समझ के उस तरह तुसी आंसर इसका देना होएगा। अगे है पश्चिमीकरण ते एक नोट लिखो। एंड दैन धर्म निरपक्षता की प्रक्रिया का वर्णन करो। उस तो बाद संस्कृतिकरण नूं समाजिक परिवर्तन की प्रक्रिया के रूप में वर्णन करो। एंड नैक्सट है भारतीय समाज लई संस्कृतिकरण अते पश्चिमीकरण की महत्ता बारे चर्चा करो। उस तो बाद पश्चिमीकरण के अर्थ दसो, भारतीय समाज उत्ते पश्चिमीकरण के प्रभाव की चर्चा करो। एंड दैन संस्कृतिकरण की धारणा ते विस्तृत नोट लिखो। एंड नैक्सट है आधुनिकीकरण नूं समाजिक परिवर्तन की प्रक्रिया वजों समझाओ। इत्थे मॉडर्नाइजेशन बारे तुसी देना है। एंड मॉडर्नाइजेशन जिहड़ा आधुनिकीकरण ते एक नोट लिखो। जिथे नोट वाला आंदा है तुसी उस नूं ऐसे टाइप भी दे सकते हो और इसके पॉइंट जे कट के देना चाहते हो तो वह भी दे सकते हो। एंड नैक्सट ये सी तुहाडा 4th यूनिट। इस तरह के नाल तुहाडे पेपर की तैयारी इत्थों हो जाएगी। तुसी सारे पेपर की तैयारी कर सकते हो। पूरा सिलेबस के अकॉर्डिंग ये मोस्ट इंपॉर्टेंट क्वेश्चनस बनाए गए हैं और आने वाले समय दे विच बाकी सबजैक्ट्स के भी तुहानूं इत्थे ही मिल जाणगे और बहुत सारे जिहड़े इत्थे अपलोड कर दिते गए हैं। थैंक यू सो मच। मिलते हैं असीं अपने अगले वीडियो विच।